उस ठेकेदार दे कोल 6 साल तो रह रहे सी। 6 साल तो रह रहा ਸੀ। भाइयों ने पैसे जमा किए कि ताकि हम घर भी बना लें, शादी भी कर लेंगे। जी, यही सोच रखा। आगे तो हमारे अब्बू है नहीं, एक अम्मी है, तो हमने कहा था कि हम अम्मी के ऊपर बोझ नहीं बने। ਮੈਨੂੰ फ़ोन ਕੀਤਾ ਕਿ ਤੁਸੀਂ ਆਂਟੀ ਆਓ ਤੇ ਰਿਸ਼ਤਾ ਅੱਬੂ ਕੋਲ ਪੁੱਛੋ, ਰਿਸ਼ਤਾ ਤੁਹਾਨੂੰ ਮਿਲ ਜਾਏਗਾ। ਮੇਰੇ ਬੇਟੇ ਨੇ ਵੀ ਮੈਨੂੰ ਕਿਹਾ, ठेकेदार दी बेटी ने तुहानू फोन किया। ਦੀ ਬੇਟੀ ਨੇ ਕਿ ये निज़ाम आ गया हुआ है कि जी मुलजम गिरफ्तार भी करवा दिए, SHO ने पैसे ले लिए, बकौल इनके 10 लाख रुपया लिया और मुलजमों को छोड़ दिया। 6 ਸਾਲ ਕਮਾਈ ਜਿਹੜੀ ਖਾਦੀ ਸੀ ਉਹਦੀ ਵਜ੍ਹਾ ਦੀ ਪਾਰੂ ਜਿਹੜਾ 5 ਲੱਖ ਕਮੇਟੀ ਨਿਕਲੀ ਸੀ ਉਹਦੀ ਵਜ੍ਹਾ ਦੀ ਪਾਰੂ ਮੇਰੇ ਬੇਟੇ ਨੂੰ ਉਹਨੇ ਤੇਜ਼ਾਬ ਪਿਆ ਦਿੱਤਾ ਤਾਂ ਕਿ ਨਾ ਮੈਨੂੰ ਪੈਸੇ ਦੇਣੇ ਪਵਣ, ਨਾ ਮੈਨੂੰ ਰਿਸ਼ਤਾ ਦੇਣਾ ਪਵੇ, ਤਾਂ ਕਿ ਇਹਨੂੰ ਖਤਮ ਕਰ ਦੇਣਾ। अच्छा जी, ये पर्ची जो है ना, ये IG पंजाब से जारी की गई है और ये DPO कसूर को जारी की गई है। इनको क्या पता है यार, मुझे ये नहीं समझ आती, ये पर्ची रुका जाके किसको दिखाएंगे यार? ये हमारा रुका पकड़े, हमारा हमें इंसाफ दें, किनको? कौन आगे पूछने वाला बैठा हुआ है? कोई आगे इतना जिम्मेदार कोई बंदा बैठा हुआ है जिनको ये रुका दे और इनका काम हो जाए? लड़की शादी करना चाहती सी ਤੁਹਾਡੇ ਬੇਟੇ ਦੇ ਨਾਲ? ਬਿਲਕੁਲ ਉਹਨੇ ਤਸਵੀਰਾਂ ਬਕਾਇਦਾ ਬੜੀਆਂ ਹੋਈਆਂ ਨੇ। ਉਹ ਚਾਹੁੰਦੀ ਸੀ ਖੁਸ਼ ਸਨ, ਮੇਰਾ ਬੱਚਾ ਵੀ ਖੁਸ਼ ਸੀ, ਉਹ ਲੜਕੀ ਵੀ ਖੁਸ਼ ਹੈ ਸੀ, ਉਹਦੇ ਘਰ ਵਾਲੇ ਮਾਂ ਪਿਓ ਸਾਰੇ ਖੁਸ਼ ਸਨ। अस्सलाम वालेकुम जी। एक नौजवान अकरम नामी बच्चा जो पेंट का काम करता था और उसके ठेकेदार ने अपने ही घर में उसको पनाह दी हुई थी, घर में रखता था और बेटी के साथ शादी करने का दावा भी किया, मैं अपनी बेटी का आपको रिश्ता भी दूंगा। जो कमाता था वो उसी को दे देता था, घर में देने की बजाय वो खुद रख लेता था। क्या हुआ, नौबत यहाँ तक आ गई कि उस बंदे को, उस नौजवान लड़के को, अकरम नामी मकतूल जो है, उसको पानी के अंदर तेज़ाब डालकर पिला दिया और बच्चे की डेथ होती है। उस बच्चे की वालदा, उस बच्चे की बहन मेरे साथ मौजूद है, बात करते हैं ये वाक़या कैसे हुआ। यहाँ तक कि मंगनी भी कर दी थी उस लड़की के साथ, लेकिन फिर भी ये मामला हुआ। बात करते हैं। अस्सलाम वालेकुम। अच्छा मां जी, ਤੁਸੀਂ ਇਹ ਦੱਸੋ ਕਿ ਕੀ ਹੋਇਆ ਤੁਹਾਡੇ ਬੇਟੇ ਨਾਲ, ਕਿਉਂ ਇਹ ਮਾਮਲਾ ਹੋਇਆ ਹੈ? ਮੇਰਾ ਬੇਟਾ ਪੇਂਟ ਦਾ ਕੰਮ ਕਰਦਾ ਸੀ, ਇਹ ਠੇਕੇਦਾਰ ਸੀ, ਉਹਨੇ ਆਪਣੇ ਨਾਂ ਰੱਖਿਆ 6 ਸਾਲ ਤੋਂ। ਮੇਰਾ ਬੇਟਾ 2500 3000 ਰੁਪਇਆ ਦਿਹਾੜੀ ਲੈਂਦਾ ਸੀ। ਤੱਕ ਮੇਰਾ ਬੜਾ ਬੇਟਾ ਉਹੀ ਤੇ ਬਾਕੀ 2 ਬੱਚੀਆਂ ਨੇ, 2 ਮੇਰੇ ਬੱਚੇ ਸਨ ਤੇ ਉਹ ਵੱਡਾ ਬੇਟਾ ਸੀ, ਘਰ ਦਾ ਨਿਜ਼ਾਮ ਚਲਾਉਂਦਾ ਸੀ, ਤੱਕ ਬਾਪ ਉਹਨਾਂ ਦੇ ਸਿਰ ਤੇ ਨਹੀਂ ਸੀ ਹੈਗਾ। ਉਹਦੇ ਨਾਲ 6 ਸਾਲ ਤੋਂ ਰਹਿੰਦਾ ਪਿਆ ਸੀ, ਉਹ ਕਮਾਈ ਖਾਂਦਾ ਰਿਹਾ, ਉਹਦੀ ਵੇਖਿਆ ਉਹਨੇ ਬੱਚਾ ਅੱਛਾ ਹੈ, ਕਹਿੰਦਾ ਸੀ ਮੈਂ ਤੈਨੂੰ ਆਪਣੀ ਬੇਟੀ ਦਾ ਰਿਸ਼ਤਾ ਦੇ ਦੇਣਾ। ਕਮੇਟੀ ਨਿਕਲੀ ਸੀ, ਕਮੇਟੀ ਪਾਈ ਸੀ ਦੋਵੇਂ ਭੈਣ ਭਰਾਵਾਂ ਨੇ ਰਲ ਕੇ। 5000 ਇਹ ਦਿੰਦੀ ਸੀ, 5 ਉਹ ਦਿੰਦਾ ਸੀ, 10000 ਦੀ ਕਮੇਟੀ ਨਿਕਲੀ। ਕਮੇਟੀ 4 ਤੋਂ 5 ਲੱਖ ਦੀ ਨਿਕਲੀ, 2 ਸਾਲ ਪਹਿਲੇ ਦੀ ਗੱਲ। ਠੇਕੇਦਾਰ ਨੇ ਕਿਹਾ ਸੀ ਤੂੰ ਕਮੇਟੀ ਲੈ, ਮੈਂ ਤੈਨੂੰ ਪਲਾਟ ਲੈ ਦੇਣਾ, ਤੂੰ ਜਾਂ ਉੱਤੇ ਖਰਚਾ ਕਰਕੇ ਮੈਂ ਤੈਨੂੰ ਮਕਾਨ ਬਣਾ ਦੇਣਾ, ਆਪਣੀ ਬੇਟੀ ਦਾ ਤੈਨੂੰ ਰਿਸ਼ਤਾ ਦੇ ਦੇਣਾ, ਨਿਕਾਹ ਪੜਾ ਦੇਣਾ, ਆਪਣੀ ਵਾਲਦਾ ਨੂੰ ਵੀ ਲੈ, ਆਪਣੇ ਭਾਈ ਨੂੰ ਵੀ, ਆਪਣੀ ਭੈਣ ਨੂੰ ਵੀ ਲੈ ਕੇ ਤੇ ਤੁਸੀਂ ਮੇਰੇ ਕੋਲ ਰਹਿੰਦੇ ਰਹੋ ਜੀ। ਉਹਨੇ ਕਿਹਾ ਜੀ ਠੀਕ ਹੋ ਗਿਆ। 6 ਸਾਲ ਤੋਂ ਕਮਾਈ ਖਾਂਦਾ ਰਿਹਾ। ਮੇਰੇ ਬੇਟੇ ਨੇ ਮੈਨੂੰ ਕਿਹਾ ਸੀ ਕਿ ਮਾਂ ਜੀ ਤੁਸੀਂ ਜਾਓ ਉਹਨਾਂ ਕੋਲ, ਰਿਸ਼ਤਾ ਜਾ ਕੇ ਪੁੱਛੋ। ਕੁੜੀ ਦਾ ਖੁਦ ਉਸ ਠੇਕੇਦਾਰ ਦੇ ਕੋਲ 6 ਸਾਲ ਤੋਂ ਰਹਿ ਰਹੇ ਸੀ। 6 ਸਾਲ ਤੋਂ ਰਹਿ ਰਿਹਾ ਸੀ, ਕਮਾਈ ਖਾਂਦਾ ਰਿਹਾ ਸੀ 6 ਸਾਲ ਤੋਂ ਰਹਿ ਕੇ, ਤਾਂ ਕਿ ਉਹਨੇ ਆਪਣੀ ਬੱਚੀ ਦਾ ਉਹਨੂੰ ਲਾਲਚ ਦੇ ਦਿੱਤਾ ਸੀ ਕਿ ਮੈਂ ਤੈਨੂੰ ਰਿਸ਼ਤਾ ਦੇ ਦੇਣਾ। ਬੱਚਾ ਸੀ, ਉਹਦੀਆਂ ਗੱਲਾਂ ਦੇ ਵਿੱਚ ਆ ਗਿਆ ਸੀ। ਕੁੜੀ ਨੇ ਮੈਨੂੰ ਫ਼ੋਨ ਕੀਤਾ ਕਿ ਤੁਸੀਂ ਆਂਟੀ ਆਓ ਤੇ ਰਿਸ਼ਤਾ ਅੱਬੂ ਕੋਲ ਪੁੱਛੋ, ਰਿਸ਼ਤਾ ਤੁਹਾਨੂੰ ਮਿਲ ਜਾਏਗਾ। ਮੇਰੇ ਬੇਟੇ ਨੇ ਵੀ ਮੈਨੂੰ ਕਿਹਾ, ਠੇਕੇਦਾਰ ਦੀ ਬੇਟੀ ਨੇ ਤੁਹਾਨੂੰ ਫੋਨ ਕੀਤਾ? ਦੀ ਬੇਟੀ ਨੇ ਜਾ ਕੇ ਰਿਸ਼ਤਾ ਪੁੱਛਿਆ, ਉਹਨੇ ਰਿਸ਼ਤਾ ਦੇ ਦਿੱਤਾ। ਮੰਗਣੀ ਕੀਤੀ ਬਕਾਇਦਾ, 2000 ਰੁਪਇਆ ਉਹਦੀ ਤਰੀ ਤੇ ਰੱਖ ਕੇ ਆਈ ਹਾਂ। ਇਹ ਰੋਜ਼ਿਆਂ ਤੋਂ ਪਹਿਲੇ ਉਹਦੀ ਸ਼ਾਦੀ ਕਰਨੀ ਸੀ, ਦਿਨ ਵੀ ਰੱਖ ਆਈ ਹਾਂ। ਬੇਟਾ ਕਹਿੰਦਾ ਸੀ ਤਿਆਰੀ ਕਰ ਮਾਂ ਜੀ। ਮੈਂ ਕਿਹਾ ਬੇਟਾ ਉਹਨਾਂ ਕੋਲ ਪੈਸੇ ਤੇ ਜਾ ਕੇ ਪੁੱਛ, ਪੈਸੇ ਹੁਣ ਦਿੰਦੇ ਨੇ ਤਿਆਰੀ ਕਰਨੇ। 2-3 ਦਫਾ ਮੈਂ ਆ ਵੀ ਗਈ ਹਾਂ, ਮੈਂ ਕਿਹਾ ਬਾਈ ਸਾਡੇ ਪੈਸੇ ਦੇ ਦੇ, ਤਾਂ ਕਿ ਮੈਂ ਬੱਚੇ ਦੀ ਸ਼ਾਦੀ ਕਰਨੀ। ਬਾਜੀ ਅੱਜ ਨਿਕਾਲ, ਅੱਜ ਨਿਕਾਲ। ਮੇਰਾ ਬੇਟਾ ਕਹਿੰਦਾ ਮਾਂ ਜੀ ਤੁਸੀਂ ਨਾ ਜਾਇਆ ਜੇ, ਮੈਂ ਹੁਣ ਉਹਨੂੰ ਪੁੱਛ ਲੈਣਾ, ਮੈਂ ਉੱਥੇ ਕੰਮ ਕਰਨਾ, ਮੈਨੂੰ ਕਹਾਂ ਤਾਂ ਪੈਸੇ ਦੇ। ਮੇਰੇ ਬੇਟੇ ਨੇ ਪੈਸੇ ਪੁੱਛੇ ਨੇ 2-4 ਦਿਨ, ਲਾਰਾ ਲਾਈ ਰੱਖਿਆ ਤੂੰ ਅੱਜ ਦੇਣਾ ਕੱਲ ਦੇਣਾ। ਇਸ ਵਜ੍ਹਾ ਦੀ ਪਰ ਪੈਸੇ ਖਾਣ ਦੀ ਪਾਰੂ ਇੰਨੀ 6 ਸਾਲ ਕਮਾਈ ਜਿਹੜੀ ਖਾਦੀ ਸੀ ਉਹਦੀ ਵਜ੍ਹਾ ਦੀ ਪਾਰੂ, ਜਿਹੜਾ 5 ਲੱਖ ਕਮੇਟੀ ਨਿਕਲੀ ਸੀ ਉਹਦੀ ਵਜ੍ਹਾ ਦੀ ਪਾਰੂ ਮੇਰੇ ਬੇਟੇ ਨੂੰ ਉਹਨੇ ਤੇਜ਼ਾਬ ਪਿਆ ਦਿੱਤਾ ਤਾਂ ਕਿ ਨਾ ਮੈਨੂੰ ਪੈਸੇ ਦੇਣੇ ਪਵਣ, ਨਾ ਮੈਨੂੰ ਰਿਸ਼ਤਾ ਦੇਣਾ ਪਵੇ, ਤਾਂ ਕਿ ਇਹਨੂੰ ਖਤਮ ਕਰ ਦੇਣਾ। ਤੁਹਾਡੇ ਬੇਟੇ ਦੀ ਜਦੋਂ ਕਮੇਟੀ ਨਿਕਲੀ ਹੈ, ਉਹਨੇ ਤੁਹਾਨੂੰ ਦੱਸਿਆ ਸੀ ਕਿ ਮੇਰਾ ਠੇਕੇਦਾਰ ਹੈ, ਮੈਨੂੰ ਕਹਿ ਰਿਹਾ ਕਿ ਕਮੇਟੀ ਮੈਨੂੰ ਦੇ ਦੇ? ਜੀ ਮੈਨੂੰ ਕਿਹਾ ਸੀ, ਕਹਿੰਦਾ ਮੈਂ ਠੇਕੇਦਾਰ ਨੂੰ ਕਮੇਟੀ ਦੇ ਕੇ ਤੇ ਮੈਂ ਜਗ੍ਹਾ ਲੈਣ ਲੱਗਾ, ਪਲਾਟ ਲੈਣ ਲੱਗਾ। ਮੈਂ ਕਿਹਾ ਚੱਲ ਠੀਕ ਹੈ, ਬੱਚਾ ਸਮਝਦਾਰ ਹੈ, ਮੈਂ ਕਿਹਾ ਚਲੋ ਕੋਈ ਨਹੀਂ ਲੈ ਲਓ ਤੁਸੀਂ ਪਲਾਟ। ਤਾਂ ਉਹਦੇ ਲਾਲਚ 'ਚ ਆ ਕੇ ਬੱਚਾ ਸੀ, ਉਹਨੂੰ ਇੰਨੀ ਗੱਲ ਸਮਝ ਨਹੀਂ ਸੀ ਹੈਗੀ। ਠੇਕੇਦਾਰ ਨੇ 5 ਲੱਖ ਨਾ ਦੇਣ ਦੀ ਵਜ੍ਹਾ ਤੋਂ ਬੱਚੇ ਦੀ ਜਾਨ ਲੈ ਲਈ। ਜਾਨ ਲੈ ਲਈ ਬਿਨਾਂ 5 ਲੱਖ ਰੁਪਈਆ ਵੀ ਉਹਨੂੰ ਦੇਣਾ ਪੈਸੀ, ਤਾਂ ਫਿਰ ਜਿਹੜੇ 6 ਸਾਲ ਕਮਾਈ ਖਾਦੀ ਉਹ ਵੀ ਮੈਨੂੰ ਦੇਣੀ ਪਵੇਗੀ, ਬੱਚੀ ਦਾ ਰਿਸ਼ਤਾ ਵੀ ਦੇਣਾ ਪਵੇਗਾ। ਉਹਨੇ ਤੇਜ਼ਾਬ ਪਿਆ ਕੇ ਖਤਮ ਕਰ ਦਿੱਤਾ।
ਉਹਦੀ ਲੜਕੀ ਸ਼ਾਦੀ ਕਰਨਾ ਚਾਹੁੰਦੀ ਸੀ ਤੁਹਾਡੇ ਬੇਟੇ ਦੇ ਨਾਲ? ਬਿਲਕੁਲ ਉਹਨੇ ਤਸਵੀਰਾਂ ਬਕਾਇਦਾ ਬਣੀਆਂ ਹੋਈਆਂ ਨੇ। ਉਹ ਚਾਹੁੰਦੀ ਸੀ ਖੁਸ਼ ਸਨ, ਮੇਰਾ ਬੱਚਾ ਵੀ ਖੁਸ਼ ਸੀ, ਉਹ ਲੜਕੀ ਵੀ ਖੁਸ਼ ਹੈ ਸੀ, ਉਹਦੇ ਘਰ ਵਾਲੇ, ਮਾਂ ਪਿਓ ਸਾਰੇ ਖੁਸ਼ ਸਨ। ਉਹਨਾਂ ਦੇ ਘਰ ਖੁਸ਼ ਸਨ, ਕੋਈ ਨਾਰਾਜ਼ਗੀ ਨਹੀਂ ਸੀ, ਕੋਈ ਲੜਾਈ ਨਹੀਂ ਸੀ, ਕੋਈ ਝਗੜਾ ਨਹੀਂ ਸੀ। ਜਦੋਂ ਮੈਂ ਪੁੱਛਦੀ ਪਹਿਲੇ ਉਹਨੂੰ ਇਹ ਸੀ ਕਿ ਇਹਦੇ ਪਿੱਛੇ ਹੈ ਕੋਈ ਨਹੀਂ, ਇੱਕ ਮਾਂ ਹੈ, ਉਹ ਸਾਰਾ ਦਿਨ ਕੋਠੀਆਂ 'ਚ ਕੰਮ ਕਰਦੀ ਹੈ, ਇੱਕ ਭਾਈ ਛੋਟਾ ਹੈ, ਸਾਡਾ ਕਿਸੇ ਕੀ ਕਰਨਾ। ਕਮਾਈ ਖਾਂਦਾ ਰਿਹਾ, ਉਹਨੂੰ ਕੋਲ ਰੱਖੀ ਰੱਖਿਆ ਸੀ ਕਿ ਚਲੋ ਬੱਚਾ ਅੱਛਾ ਹੈ, ਇਹਦੇ ਮਗਰ ਕਿੰਨੇ ਆ। ਜੇ ਅਗਰ ਹੁਣ ਇਹਦੀ ਮਾਂ ਆਂਦੀ ਪੈਸੇ ਮੰਗਦੀ ਹੈ ਤੇ ਹੁਣ ਸਾਨੂੰ ਦੇਣੇ ਪੈਣਗੇ। ਇਸ ਵਾਸਤੇ ਪੈਸੇ ਖਾਣ ਦੀ ਪਾਰੂ, 5 ਲੱਖ ਖਾਣ ਦੀ ਪਾਰੂ, 5 ਸਾਲ ਜਿਹੜੀ ਕਮਾਈ 6 ਸਾਲ ਉਹ ਵੀ ਉਹਨੇ ਖਾਣ ਦੀ ਵਜ੍ਹਾ ਦੀ ਪਾਰੂ ਆਪਣੀ ਬੱਚੀ ਦਾ ਲਾਲਚ ਲਾ ਕੇ ਮੇਰੇ ਬੇਟੇ ਨੂੰ ਉਹਨੇ ਤੇਜ਼ਾਬ ਪਿਆ ਦਿੱਤਾ। नाज़रीन देखें कि वो 5 लाख की वो कमेटी जो है ना, उस बहन और उस भाई ने मिलकर जमा की थी। कमेटी निकली है और वो भूखा ठेकेदार, ठीक है, उस बंदे ने कहा कि जी मैं आपको प्लाट लेके देता हूँ, वो कमेटी मुझे ला दे, मैं आपको मकान डाल दूंगा और अपनी बेटी का हाथ भी आपको दे दूंगा, शादी भी कर दूंगा आपकी। लेकिन 5 लाख ना देने की वजह से तेज़ाब पिलाया और बच्चे की जान ले ली। अच्छा मां जी, ਤੁਸੀਂ ਮੈਨੂੰ ਦੱਸੋ ਕਿ ਕਦੋਂ ਦਾ ਵਾਕਿਆ ਹੈ ਇਹ? ਕੀ ਮਤਲਬ ਤੁਹਾਨੂੰ ਉਸ ਤੋਂ ਬਾਅਦ ਕੋਈ ਰਿਸਪੌਂਸ ਦਿੱਤਾ ਇਹਨੇ, ਠੇਕੇਦਾਰ ਨੇ? ਨਹੀਂ ਜੀ ਨਹੀਂ, ਉਹਨੇ ਹਟ ਕੇ ਫੋਨ ਚੱਕ ਨਹੀਂ ਸਾਨੂੰ ਕੀਤਾ ਸੀ, ਕੁਛ ਨਹੀਂ ਸੀ ਕੀਤਾ। ਤੁਹਾਨੂੰ ਕਿਵੇਂ ਸ਼ੱਕ ਹੋਇਆ ਕਿ ਜੀ ਇਹ ਠੇਕੇਦਾਰ ਨੇ ਕੰਮ ਕੀਤਾ ਜਾਂ ਉਹਦੇ ਬੇਟੇ ਨੇ ਕੰਮ ਕੀਤਾ? ਬੱਚੇ ਨੂੰ ਇੰਨਾ ਤੇਜ਼ਾਬ ਪਿਆ ਕਿ ਬੂਹੋਂ ਬਾਹਰ ਫੈਂਕ ਦਿੱਤਾ ਸੀ। ਪਤਾ ਨਹੀਂ ਗਲੀ ਦੇ ਵਿੱਚ ਕੋਈ ਕਿਤੇ ਤੜਫਦਾ ਪਿਆ ਸੀ ਜਾਂ ਜੋ ਵੀ ਐ ਸੀ, ਉਹ ਆ 1 2 ਵਾਲੇ ਆਏ ਨੇ ਤੇ ਉਹ ਚੁੱਕ ਕੇ ਲੈ ਗਏ ਨੇ ਆਪਣਾ ਥਾਣੇ ਵਿੱਚ ਫੋਨ ਨਗਰ ਆਪਣੇ ਹਸਪਤਾਲ ਵਿੱਚ। ਉਹਨੇ ਜਵਾਬ ਦੇ ਦਿੱਤਾ, ਜਨਾਹ 'ਚ ਲੈ ਕੇ ਆਏ ਨੇ। ਜਨਾਹ 'ਚ ਮੈਨੂੰ ਫੋਨ, ਮੇਰਾ ਭਾਈ ਵੀ ਚਲਾ ਗਿਆ, ਮੈਂ ਵੀ ਗਈ ਹਾਂ, ਮੈਨੂੰ ਫੋਨ ਆਇਆ ਸੀ ਕਿ ਅਕਰਮ ਦੀ ਤਬੀਅਤ ਬੜੀ ਖਰਾਬ ਹੈ ਤੇ ਹਸਪਤਾਲ ਪਹੁੰਚ। ਮੈਂ ਗਈ, ਅੱਗੇ ਉਹਦਾ ਸਾਲਾ ਵੀ ਹੈ ਸੀ। ਮੈਂ ਕਿਹਾ ਸੀ ਬੇਟਾ ਇਹਨੂੰ ਅਕਰਮ ਨੂੰ ਕੀ ਹੋਇਆ ਤੇ ਇਹਨੂੰ ਅੱਛਾ, ਕਿਉਂ। ਜਿਹਨੇ ਤੇਜ਼ਾਬ ਪਿਲਾਇਆ ਉਹ ਖੁਦ ਵੀ ਨਾਲ ਆਇਆ ਹੋਇਆ ਸੀ? ਉਹ ਖੁਦ ਨਾਲ ਸੀ। ਮੈਨੂੰ ਕਹਿੰਦਾ ਆਂਟੀ ਜੀ ਇਹਦਾ ਐਕਸੀਡੈਂਟ ਹੋਇਆ, ਮੋਟਰਸਾਈਕਲ ਤੋਂ ਡਿੱਗਿਆ ਤੇ ਠੀਕ ਹੋ ਜਾਏਗਾ। ਉਹ ਬਾਹਰ ਹੀ ਖਲੋਤਾ, ਮੈਂ ਅੰਦਰ ਗਈ ਹਾਂ, ਐਮਰਜੈਂਸੀ ਦੇ ਵਿੱਚ ਐ ਸੀ, ਮੇਰਾ ਬੇਟਾ ਹੋਸ਼ ਨਹੀਂ ਸੀ ਹੈਗੀ। ਮੈਂ ਉਹਦੇ ਕੋਲ ਜਾ ਕੇ ਬਹਿ ਗਈ, ਫਿਰ ਮੈਂ ਦੁਬਾਰਾ ਆਈ ਹਾਂ, ਮੈਂ ਕਿਹਾ ਮੈਨੂੰ ਪੁੱਛਾਂ ਤਾਂ ਸਹੀ। ਮੈਂ ਆਈ ਹਾਂ ਤੇ ਉਹ ਨਹੀਂ ਸੀ ਹੈਗਾ, ਚਲਾ ਗਿਆ ਸੀ। ਉਹਨੇ ਮੈਨੂੰ ਦੱਸਿਆ ਪੁੱਛਿਆ ਵੀ ਨਹੀਂ, ਚਲਾ ਗਿਆ ਸੀ। ਤਕਰੀਬਨ ਘੰਟੇ ਕੁ ਬਾਅਦ ਮੇਰੇ ਬੇਟੇ ਨੂੰ, ਕੁਛ 2 ਘੰਟਿਆਂ ਬਾਅਦ ਹੋਸ਼ ਆਈ ਹੈ। ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਬੇਟਾ ਇਹ ਕਿਉਂ ਕੀਤਾ, ਕਿਸ ਵਜ੍ਹਾ ਤੋਂ ਕੀਤਾ? ਮਾਂ ਜੀ ਮੈਂ ਨਹੀਂ ਕੀਤਾ, ਇਹ ਮੈਨੂੰ ਵਿਕਾਸ ਨੇ ਤੇਜ਼ਾਬ, ਉਹਦੇ ਵਾਲਦ ਸਾਹਿਬ ਨੇ, ਉਹਨੇ ਤੇਜ਼ਾਬ ਮੈਨੂੰ ਪਾਣੀ ਦੇ ਵਿੱਚ ਮਿਲਾ ਕੇ ਮੈਨੂੰ ਠੇਕੇਦਾਰ ਦੇ ਬੇਟੇ ਨਾਮ ਆਕਾਸ਼ ਤੇ ਜਿੰਦਾ? ਜੀ ਉਹਦਾ ਨਾਮ ਵਿਕਾਸ, ਉਹਨੇ ਦੋਵੇਂ ਪਿਓ ਪੁੱਤਰਾਂ ਨੇ ਮੈਨੂੰ ਰਲ ਕੇ ਪਿਆ ਕੇ ਮੈਨੂੰ ਬਾਹਰ ਸੱਟ ਦਿੱਤਾ ਇਹਨਾਂ ਨੇ। ਫਿਰ ਉਹਨੇ ਮੈਨੂੰ ਸਾਰੀ ਇਹ ਸਟੋਰੀ ਦੱਸੀ, ਬਲਕਿ ਵੀਡੀਓ ਬਿਆਨ ਮੇਰੇ ਕੋਲ ਹੈ। ਤੁਹਾਡੇ ਬੇਟੇ ਨੇ ਜਾਂਦੇ ਜਾਂਦੇ ਵੀਡੀਓ ਬਿਆਨ ਦਿੱਤਾ ਹੈ? ਇੱਕ ਫੌਤ ਹੋਣ ਤੋਂ ਪਹਿਲੇ 1 ਘੰਟਾ ਉਹਨੇ ਬਿਆਨ ਦਿੱਤਾ ਕਿ ਮੈਨੂੰ ਇਸ ਤਰ੍ਹਾਂ ਇਹਨਾਂ ਤੇਜ਼ਾਬ ਪਈ। ਮੈਂ ਆਪਣੇ ਬੇਟੇ ਨੂੰ ਤੜਫਦਿਆਂ ਵੀ ਵੇਖਿਆ, ਉਹਦੀ ਜਾਨ ਨਿਕਲਦੀ ਵੀ ਵੇਖੀ ਹੈ। पुलिस ਤੁਹਾਡਾ ਕਿੰਨਾ ਤਾਮਨ ਕਰ ਰਹੀ, ਕਿੰਨਾ ਸਾथ दे रही ਤੁਹਾਡਾ? हाँ जी, मुझे ये बताएं कितना साथ दे रही है पुलिस आपका? ਕੋਈ ਨਹੀਂ ਸਾਥ ਦੇ ਰਹੀ, ਮੁਜਰਮ ਨੇ ਛੱਡ ਦਿੱਤੇ ਨੇ ਉਹਨਾਂ। 5 ਲੱਖ ਰੁਪਈਆ ਸੇ ਚੋ ਲੈ ਕੇ ਤੇ ਮੁਜਰਮ ਛੱਡ ਦਿੱਤੇ, ਸ਼ਰੇਆਮ ਫਿਰਦੇ ਨੇ। ਅੱਛਾ, ਜਿਹੜੇ ਮੁਲਜ਼ਮ ਸੀ ਤੁਸੀਂ ਗ੍ਰਿਫਤਾਰ ਕਰਵਾਏ ਨੇ? ਜੀ ਕਰਵਾਏ ਸੀ, ਫਿਰ ਪੁਲਿਸ ਨੇ ਛੱਡ ਦਿੱਤੇ ਨੇ? ਛੱਡ ਦਿੱਤੇ। 5 ਲੱਖ ਐਸੇ ਚੋਰ ਰੁਪਈਆ ਲਿਆ, ਉਹਨੇ ਛੱਡ ਦਿੱਤੇ। 10 ਲੱਖ 10 ਲੱਖ ਲੈ ਕੇ ਛੱਡ ਦਿੱਤੇ ਨੇ, ਸ਼ਰੇਆਮ ਫਿਰਦੇ ਨੇ ਮੁਜਰਮ। जी नाज़रीन देखें कि ये निज़ाम आ गया हुआ है कि जी मुलज़म गिरफ्तार भी करवा दिए, एसएचओ ने पैसे ले लिए बकौल इनके, 10 लाख रुपया लिया और मुलज़मों को छोड़ दिया। एफआईआर काटने का 15,000 रुपया पुलिस वालों ने मांगा है, 15,000। आईजी साहब मुझे ये बताएं कि आप ये वज़ीरों शमीरों के प्रोटोकॉल से निकलेंगे बाहर कि या नहीं? इन लोगों को कौन देखेगा? या आप प्रोटोकॉल की गाड़ियाँ भगाएंगे, उनके साथ जाएंगे, जी रमज़ान बाज़ार चलें, वहाँ पे चलें, वहाँ पे चलें, मॉल, शॉपिंग मॉल विजिट हो रहे हैं, बस यही काम रह गया आपका? आईजी साहब थोड़ा सा सोचें इस चीज़ को, इस चीज़ के ऊपर एक्शन लें कि आपके जो अहलकार हैं वो क्या कर रहे हैं। जो हमारे मुहाफ़िज़ हैं वो हमारे ही मतलब हमें गिराने की कोशिश कर रहे हैं, हमें मारने की कोशिश कर रहे हैं। कानून नाम की चीज़ रह ही नहीं गई इस मुल्क के अंदर। किधर जाएं ये गरीब लोग, क्या करें, किनको जाके कहें? ये देखें, ये मेरे पास पर्ची है वज़ीर आला हाउस की, मरियम नवाज साहबा, ये देख लें, आपकी पर्ची है ये, आप खुद अंदाज़ा कर लें ये लोग किन के पास जाएं। ਪੰਜਾਬ ਦੇ ਦਫ਼ਤਰ ਮੈਂ 2 ਦਫਾ ਗਈ ਹਾਂ, ਉੱਥੇ ਬਹਿ ਬਹਿ ਕੇ ਸੁਬਾਹ ਤੋਂ ਲਾ ਕੇ ਸ਼ਾਮ ਤੱਕ ਬਹਿ ਬਹਿ ਕੇ ਆਉਂਦੀ ਰਹੀ। ਪਹਿਲੇ ਉਹਨਾਂ ਕਿਹਾ ਜੀ ਰੁੱਕਾ ਜਿਹਾ ਲਿਖਵਾਓ, ਉੱਥੇ ਬਾਹਰ ਬੈਠਾ ਸੀ, ਕਹਿੰਦਾ 2000 ਰੁਪਈਆ ਮੈਂ ਲਵਾਂਗਾ। ਉਹਨੇ ਤਰਲਾ ਮਿੰਟ ਕਰਕੇ 1000 ਰੁਪਈਆ ਦੇ ਕੇ ਉਹ ਰੁੱਕਾ ਜਿਹਾ ਲਿਖਵਾਇਆ। ਮੈਂ ਕਿਹਾ ਚਲੋ ਮੈਂ ਜਾ ਕੇ ਉਹਦੇ ਜਾ ਕੇ ਪੇਸ਼ ਹੋ ਜਾਂਦੀ। ਜੀ ये वाला हाँ जी, अच्छा।
ਫਿਰ ਉੱਥੇ ਗਈ ਉਹਨੇ ਜਾ ਕੇ ਮੈਨੂੰ ਪਰਚੀ ਜੀ ਬਣਾ 2 ਦਿਨ ਜ਼ਲੀਲੋ ਖਵਾਰ ਹੁੰਦੀ ਰਹੀ ਹਾਂ ਸੁਬਹ ਤੋਂ ਲਾ ਕੇ ਭੁੱਖੀ ਤੱਸੀ ਉੱਥੇ ਬੈਠੀ ਰਹੀ ਹਾਂ ਲੇਕਿਨ ਮੈਨੂੰ ਉਹਨਾਂ ਦੀ ਜਿਹੜੀ ਸਿਕਿਉਰਿਟੀ ਉਹਨਾਂ ਅੱਗੇ ਨਹੀਂ ਜਾਣ ਦਿੱਤਾ ਇਹ ਪਰਚੀ ਉਹਨਾਂ ਮੈਨੂੰ ਬਣਾ ਕੇ ਦਿੱਤੀ ਹੈ ਜੀ ਇਹ ਤੁਸੀਂ ਡੀਪੀਓ ਕੋਲ ਲੈ ਕੇ ਜਾਓ ਮੈਨੂੰ ਨਹੀਂ ਪਤਾ ਡੀਪੀਓ ਕਿੱਥੇ ਖਰੇ ਕਿਧਰ ਕਾੜੇ ਕੇ ਖਰੇ ਕਿਹੜੀ ਜਗ੍ਹਾ ਤੋਂ ਉਹਨਾਂ ਮੈਨੂੰ ਦੱਸਿਆ अच्छा जी, ये पर्ची जो है ना, ये आईजी पंजाब से जारी की गई है और ये डीपीओ कसूर को जारी की गई है। इनको क्या पता है यार, मुझे ये नहीं समझ आती, ये पर्ची रुका जाके किसको दिखाएंगे यार, ये हमारा रुका पकड़े, हमारा हमें इंसाफ दें, किनको, कौन आगे पूछने वाला बैठा हुआ है, कोई आगे इतना जिम्मेदार कोई बंदा बैठा हुआ है जिनको ये रुका दे और इनका काम हो जाए। मुझे इस किसी चीज़ की समझ नहीं आ रही कि ये क्या चल रहा है क्या नहीं हो रहा, मुझे नहीं समझ आ रही। वो बच्ची है, 1-1 रुपया जमा किया कपड़े सिलाई करके, भाई का साथ दिया और 5 लाख रुपए जमा किया, लेकिन वो भी हड़प गया ठेकेदार गरीबों को, क्योंकि कोई पूछने वाला नहीं है, इसलिए मगरमच्छ बने हुए सारे। अच्छा बेटा, मुझे ये बताएं, क्या ख्वाब थे आपके, आप भाई के साथ शादी करना चाहते थे, क्या कहता था आपका भाई आपको? तो यही कहते थे कि मैं अपनी शादी कर लूँगा, फिर उसके बाद आपकी शादी कर लूँगा, हम घर भी बना लेंगे खुद ही दोनों मिलके, अम्मी के ऊपर बोझ नहीं बनेंगे। तो यही हमारे ख्वाब थे दोनों। बहन भाइयों ने पैसे जमा किए कि ताकि हम घर भी बना लें, शादी भी कर लेंगे। जी यही सोच रखा। आगे तो हमारे अब्बू है नहीं, एक अम्मी है, तो अम्मी हमने कहा था कि हम अम्मी के ऊपर बोझ नहीं बनेंगे। क्या फील होता है, अब कैसे शादी करेंगे अब आप, मतलब कोई आसरा नहीं रहेगा, वो जो आपने जमा किए पैसे वो भी खा गया ठेकेदार, अब क्या करेंगे आप? अब क्या हो सकता है, मेरे भाई चले गए दुनिया से, तो अब कुछ भी नहीं है, हमारे पास तो कोई वसाइल नहीं है। कुछ कहना चाहेंगी वज़ीर आला साहबा को? वज़ीर आज़म से और आईजी साहब से दरख्वास्त है कि हमें इंसाफ दे दें, मेरे भाई को कातिलों को काफ़ी किरदार तक पहुँचा दें। नाज़रीन देखिए कि आपके सामने सब कुछ है, आपने सारी स्टोरी के हवाले जान लिए कि क्या हुआ, ठेकेदार ने कैसे तेज़ाब पिलाया 5 लाख के एवज़, 5 लाख रुपया देने की बजाय उसको तेज़ाब पिला के उसको मौत के घाट उतार दिया। जवान बेटा इनका वही कफील था वहाँ, जो इनको कमा के ला के खिलाता था, जो कमाता था वो ठेकेदार भी रखता था, कमेटी भी डाली हुई थी वो भी देता था, सारा निज़ाम चलता था। मेरी आईजी साहब से ये दरख्वास्त है, वज़ीर आला साहबा आपसे भी ये दरख्वास्त है कि इस गरीब फैमिली को इंसाफ दिया जाए, मुल्ज़िमों को कैफ़रे करदार तक पहुँचाया जाए। इसी के साथ मुझे इजाज़त दें, अल्लाह हाफ़िज़।